PTPLB ਸੀਨੀਅਰ ਅਸਿਸਟੈਂਟ ਸਟ੍ਰੈਟਜੀ। ਸਤਿ ਸ਼੍ਰੀ ਅਕਾਲ ਬੇਟਾ ਸਾਰਿਆਂ ਨੂੰ। ਹਾਲਾਂਕਿ ਤੁਸੀਂ ਸਾਰਿਆਂ ਨੇ ਦੇਖ ਹੀ ਲਿਆ ਹੋਣਾ ਕਿ PTPLB ਨੇ ਐਡਵਰਟਾਈਜ਼ਮੈਂਟ ਨੰਬਰ 6 2023 ਦੀ ਜਿਹੜੀ ਸੀਨੀਅਰ ਅਸਿਸਟੈਂਟ ਦੀ ਪੋਸਟ ਸੀ ਉਹਨਾਂ ਦੀ ਐਗਜ਼ਾਮ ਡੇਟ ਜਿਹੜੀ ਅਨਾਉਂਸ ਕਰਤੀ ਹੈਗੀ ਹੈ। ਜਿਨ੍ਹਾਂ ਨੂੰ ਨਹੀਂ ਪਤਾ ਤੇ ਉਹ ਸੁਣ ਲਓ ਬੇਟਾ ਕਿ ਐਗਜ਼ਾਮ ਜਿਹੜਾ ਹੈ PTPLB ਨੇ ਕਹਿਤਾ ਕਿ 28 ਜਨਵਰੀ ਨੂੰ ਪੇਪਰ ਹੋਏਗਾ। ਤੇ ਹੁਣ ਅਸੀਂ ਡਿਸਕਸ ਕਰਾਂਗੇ ਕਿ ਇਸ ਐਗਜ਼ਾਮ ਵਾਸਤੇ ਸਰ ਸਟ੍ਰੈਟਜੀ ਕੀ ਹੋਣੀ ਚਾਹੀਦੀ ਹੈ। ਦੇਖੋ ਬੇਟਾ ਅਪਰੋਕਸੀਮੇਟਲੀ ਤੁਹਾਡੇ ਕੋਲ 50 ਦਿਨ ਦਾ ਟਾਈਮ ਹੈਗਾ, ਠੀਕ ਹੈ, ਤੇ ਕੋਈ ਘੱਟ ਕੰਪੀਟੀਸ਼ਨ ਨਹੀਂ ਹੋਣਾ। ਅਸੀਂ ਇਹ ਡਿਸਕਸ ਕਰਾਂਗੇ ਕਿ ਇਸ 50 ਦਿਨ 'ਚ ਤੁਸੀਂ ਕਿਵੇਂ ਤਿਆਰੀ ਕਰਨੀ ਹੈ, ਕਿਹੜੇ ਪੋਰਸ਼ਨਸ ਨੂੰ ਤੁਸੀਂ ਜ਼ਿਆਦਾ ਫੋਕਸ ਕਰਨਾ, ਮਤਲਬ ਕਿਹੜੇ ਸਬਜੈਕਟ ਨੂੰ ਤੁਸੀਂ ਜ਼ਿਆਦਾ ਫੋਕਸ ਕਰਨਾ ਹੈ ਸੋ ਦੈਟ ਕਿ ਤੁਹਾਡਾ ਜਿਹੜਾ ਉਹ ਪੇਪਰ ਜਿਹੜਾ ਪਾਸ ਹੋ ਜਾਏ। ਤੇ ਇੱਕ ਗੱਲ ਨੂੰ ਸਮਝੋ ਪਹਿਲੇ ਕਿ ਕਾਫੀ ਬੱਚੇ ਮੈਨੂੰ ਇਹ ਵੀ ਅੱਜ ਇੰਸਟੀਚਿਊਟ 'ਚ ਕਾਫੀ ਬੱਚੇ ਮਿਲੇ, ਮੈਨੂੰ ਕਹਿੰਦੇ ਕਿ ਸਰ ਅਸੀਂ ਕੱਲ ਤੋਂ ਮੌਕ ਟੈਸਟ ਸ਼ੁਰੂ ਕਰ ਦਈਏ। ਬੇਟਾ ਇਹ ਪੰਜਾਬ ਦਾ ਪੇਪਰ ਹੈਗਾ, ਇਹ ਕੋਈ ਬੈਂਕ ਦਾ ਪੇਪਰ ਨਹੀਂ ਹੈਗਾ, ਇਹ 'ਚ ਬਹੁਤ ਜ਼ਿਆਦਾ ਸਪੀਡ ਚਾਹੀਦੀ ਹੁੰਦੀ ਹੈ। ਇਸ ਕਰਕੇ ਤੁਸੀਂ ਜਿਹੜੇ ਮੌਕ ਟੈਸਟ ਹੈ ਐਂਡ ਦੇ 15-20 ਦਿਨ ਹੀ ਕਰਨੇ ਆ ਜਾਂ ਲਾਸਟ ਮੈਕਸਿਮਮ ਤੁਸੀਂ 1 ਮਹੀਨਾ ਕਰਨੇ ਹੈਗੇ ਆ। ਮਤਲਬ ਮੌਕ ਟੈਸਟ ਤੁਸੀਂ ਕਰਨੇ ਵੀ ਹੈ ਤਾਂ 10 ਤੋਂ 15 ਤੋਂ ਜ਼ਿਆਦਾ ਮੌਕ ਟੈਸਟ ਨਹੀਂ ਕਰਨੇ ਹੈਗੇ। ਚਾਹੇ ਤੁਸੀਂ ਬ੍ਰਾਈਟ ਅਕੈਡਮੀ ਤੋਂ ਲੈ ਰਹੇ ਹੋ ਮੌਕ ਟੈਸਟ ਜਾਂ ਕਿਤੇ ਹੋਰ ਤੋਂ ਲੈ ਰਹੇ ਹੋ, ਇਸ ਤੋਂ ਜ਼ਿਆਦਾ ਮੌਕ ਟੈਸਟ ਕਰਨ ਦੀ ਲੋੜ ਨਹੀਂ ਹੈਗੀ। ਤੁਸੀਂ ਕਨਸੈਪਟ ਦੇ ਉੱਤੇ ਜਿਹੜਾ ਮੇਨ ਫੋਕਸ ਕਰਨਾ ਹੈ। ਤੇ ਬ੍ਰਾਈਟ ਅਕੈਡਮੀ ਜਿਹੜੀ ਹੈ 25 ਦਸੰਬਰ ਤੋਂ ਅਸੀਂ ਮੌਕ ਟੈਸਟ ਸੀਰੀਜ਼ ਲਾਂਚ ਕਰ ਰਹੇ ਹਾਂ। ਅਪਰੋਕਸੀਮੇਟਲੀ 1 ਮਹੀਨਾ ਪਹਿਲੇ ਤੁਹਾਡੇ ਵਾਸਤੇ ਲਾਂਚ ਕਰ ਦਾਂਗੇ। 10 ਮੌਕ ਟੈਸਟ ਅਸੀਂ ਲਾਂਚ ਕਰਾਂਗੇ ਤੇ ਤੁਸੀਂ 2 ਜਾਂ 3 ਦਿਨ 'ਚ ਇੱਕ ਮੌਕ ਟੈਸਟ ਕਰਕੇ ਆਪਣੀ ਸਪੀਡ ਨੂੰ ਜਾਂ ਆਪਣੇ ਕੰਪੀਟੀਸ਼ਨ ਨੂੰ ਜਿਹੜੇ ਉਹ ਚੈੱਕ ਕਰ ਸਕਦੇ ਹੋ। ਤੇ ਹੁਣ ਬੇਟਾ ਸਭ ਤੋਂ ਇੰਪੋਰਟੈਂਟ ਗੱਲ ਆ ਗਈ ਕਿ ਅਸੀਂ ਜੇ ਕਿਸੇ ਬੱਚੇ ਨੇ ਮੌਕ ਟੈਸਟ ਲੈਣੇ ਹੈਗੇ, ਮੈਂ ਤਾਂ ਇੱਕ ਵਾਰੀ ਤੁਹਾਨੂੰ ਇੰਪੋਰਟੈਂਟ ਗੱਲ ਕਰਨ ਤੋਂ ਪਹਿਲੇ ਦੱਸ ਰਿਹਾ ਕਿ ਕਿਸੇ ਬੱਚੇ ਨੇ ਮੌਕ ਟੈਸਟ ਲੈਣੇ ਤੇ ਆਪਣਾ ਤੁਸੀਂ ਨੰਬਰ ਜਿਹੜਾ ਜਾਂ ਮੈਸੇਜ ਕਰ ਦਿਓ ਕਿ ਸਰ ਅਸੀਂ ਮੌਕ ਟੈਸਟ ਲੈਣੇ। ਜਿੱਦਾਂ ਹੀ ਅਸੀਂ ਲਾਂਚ ਕਰਾਂਗੇ ਤੁਹਾਨੂੰ ਜਿਹੜਾ ਹੈ ਕਾਲ ਜਾਂ ਮੈਸੇਜ ਕਰ ਦਾਂਗੇ। ਇਹ ਸਾਡਾ WhatsApp ਨੰਬਰ ਹੈਗਾ 9988442200। ਇਸ ਨੰਬਰ ਤੇ ਲਿਖ ਦਿਓ PTPLB ਸੀਨੀਅਰ ਅਸਿਸਟੈਂਟ ਮੌਕ ਟੈਸਟ, ਠੀਕ ਹੈ, ਬਸ ਇੰਨਾ ਲਿਖ ਦਿਓ, ਅਸੀਂ ਨੰਬਰ ਨੋਟ ਕਰਕੇ ਆਪਣੇ ਆਪ ਤੁਹਾਨੂੰ ਕਾਲ ਕਰ ਲਾਂਗੇ। ਹੁਣ ਆ ਗਈ ਬੇਟਾ ਕਿ ਇਸ ਪੇਪਰ ਵਾਸਤੇ ਸਾਡੀ ਸਟ੍ਰੈਟਜੀ ਕੀ ਹੋਣੀ ਚਾਹੀਦੀ ਹੈ। ਦੇਖੋ ਸਟ੍ਰੈਟਜੀ ਦੇ 2 ਪਾਰਟ ਹੈਗੇ ਆ। ਇੱਕ ਐਸਾ ਪਾਰਟ ਜਿਹੜਾ ਤੁਸੀਂ ਐਸੇ ਸਬਜੈਕਟ ਜਿਹੜੇ ਤੁਸੀਂ ਬਿਲਕੁਲ ਵੀ ਇਗਨੋਰ ਨਹੀਂ ਕਰ ਸਕਦੇ ਕਿ ਮਤਲਬ ਤੁਸੀਂ ਇਹ ਸੋਚੋ ਕਿ ਉਸ ਪਾਰਟ 'ਚ ਤੁਹਾਡੇ ਘੱਟ ਨੰਬਰ ਆ ਜਾਣ ਤੇ ਤੁਸੀਂ ਪੇਪਰ ਪਾਸ ਕਰ ਲਓ, ਬਿਲਕੁਲ ਨਹੀਂ ਹੋਣਾ। ਮੈਂ ਇਹਨਾਂ ਨੂੰ 2 ਪਾਰਟ 'ਚ ਡਿਵਾਈਡ ਕੀਤਾ ਹੈ। ਇੱਕ ਹੈਗਾ ਪੰਜਾਬ ਹਿਸਟਰੀ ਐਂਡ ਕਲਚਰ 20 ਨੰਬਰ ਦਾ, ਤੁਹਾਡੀ ਪੰਜਾਬੀ ਹੋ ਗਈ 15 ਨੰਬਰ ਦੀ ਤੇ ਕੰਪਿਊਟਰ ਹੋ ਗਿਆ 10 ਨੰਬਰ ਦਾ। ਬੇਟਾ ਇਹ ਜਿਹੜੇ ਤਿੰਨੋਂ ਪਾਰਟ ਹੈਗੇ ਨਾ, ਇਹਨਾਂ ਦਾ ਇੱਕ ਸਿਲੇਬਸ ਵੀ ਸਮਝ ਲਓ ਕਿ ਇੱਕ ਲਿਮਿਟਡ ਸਿਲੇਬਸ ਹੁੰਦਾ ਹੈ ਤੇ ਤੁਸੀਂ ਇਹਨਾਂ ਤਿੰਨਾਂ ਪਾਰਟਾਂ 'ਚ ਬਿਲਕੁਲ ਵੀ ਅਫੋਰਡ ਨਹੀਂ ਕਰ ਸਕਦੇ ਕਿ ਤੁਸੀਂ ਬੋਲੋ ਕਿ ਮੇਰੇ ਪੰਜਾਬ ਹਿਸਟਰੀ ਐਂਡ ਕਲਚਰ 'ਚ ਸਰ 12 ਨੰਬਰ ਆ ਰਹੇ ਜਾਂ 15 ਨੰਬਰ ਆ ਜਾਏ ਤੇ ਮੈਂ ਸੀਨੀਅਰ ਅਸਿਸਟੈਂਟ ਬਣ ਜਾਵਾਂ। ਉਹ ਬਿਲਕੁਲ ਨਹੀਂ ਹੋਣਾ। ਕੰਪੀਟੀਸ਼ਨ ਨੂੰ ਸਮਝੋ, ਕੰਪੀਟੀਸ਼ਨ ਟਫ ਇਸ ਕਰਕੇ ਹੈਗਾ ਕਿਉਂਕਿ ਗਰੁੱਪ B ਦੀ ਪੋਸਟ ਹੈਗੀ ਹੈ। ਜਿਹੜੇ ਆਲਰੇਡੀ ਬੱਚੇ ਆਪਣਾ ਅਸਿਸਟੈਂਟ ਲੱਗੇ ਆ ਜਾਂ ਕਲਰਕ ਲੱਗੇ ਆ PTPLB ਦੇ ਥਰੂ ਜਾਂ ਕਿਸੇ ਵੀ ਡਿਪਾਰਟਮੈਂਟ 'ਚ, ਉਹ ਸਾਰੇ ਇਸ ਪੇਪਰ ਵਾਸਤੇ ਗਰੁੱਪ B ਦੀ ਪੋਸਟ ਵਾਸਤੇ ਟਰਾਈ ਕਰਨਗੇ। ਤਾਂ ਆਲਰੇਡੀ ਉਹਨਾਂ ਦਾ ਲੈਵਲ ਵੀ ਚੰਗਾ ਹੈਗਾ, ਉਹਨਾਂ ਨੇ ਤਿਆਰੀ ਕੀਤੀ ਹੈ, ਪੇਪਰ ਪਾਸ ਕੀਤਾ ਹੈ, ਇਸ ਕਰਕੇ ਕੰਪੀਟੀਸ਼ਨ ਘੱਟ ਨਹੀਂ ਹੋਗਾ। ਤੁਹਾਨੂੰ ਐਟਲੀਸਟ 18 ਤੋਂ 19 ਨੰਬਰ ਜਿਹੜੇ ਹੈ ਪੰਜਾਬ ਹਿਸਟਰੀ ਐਂਡ ਕਲਚਰ ਤੋਂ ਲੈਣੇ ਪੈਣੇ ਆ। ਇਸ ਤੋਂ ਘੱਟ ਨੰਬਰ ਲੈ ਕੇ ਤੁਸੀਂ ਸੋਚੋਗੇ ਕਿ ਪੇਪਰ ਪਾਸ ਹੋ ਜਾਏਗਾ, ਉਹ ਪੇਪਰ ਪਾਸ ਨਹੀਂ ਹੋਏਗਾ। ਪੰਜਾਬੀ 'ਚ ਵੀ ਤੁਹਾਨੂੰ 13 ਤੋਂ 14 ਮਿਨੀਮਮ ਨੰਬਰ ਲੈਣੇ ਪੈਣੇ ਹੈ ਤੇ ਕੰਪਿਊਟਰ 'ਚ ਤੁਹਾਨੂੰ 9 ਨੰਬਰ ਮਿਨੀਮਮ ਲੈਣੇ ਪੈਣੇ ਆ। ਮੈਂ ਘੱਟ ਤੋਂ ਘੱਟ 8 ਲੈ ਲਓ, ਬਸ 8 ਜਾਂ 9 ਨੰਬਰ। ਮਤਲਬ ਤੁਹਾਡੇ ਜਿਹੜਾ 20 ਤੇ 30 35 ਤੇ 45 ਨੰਬਰ, ਇਹਦੇ ਨਾਲ ਟੋਟਲ 45 ਨੰਬਰ ਦਾ ਸਿਲੇਬਸ ਹੈ ਨਾ ਬੇਟਾ। ਇਹਦੇ ਤੁਹਾਡੇ 42 43 ਨੰਬਰ ਜਿਹੜੇ ਆ ਸ਼ੋਰਟ ਆਣੇ ਚਾਹੀਦੇ ਆ, ਤਾਂ ਹੀ ਤੁਸੀਂ ਉਮੀਦ ਕਰ ਸਕਦੇ ਹੋ ਕਿ ਤੁਸੀਂ ਸੀਨੀਅਰ ਅਸਿਸਟੈਂਟ ਲੱਗ ਜਾਓਗੇ। ਕਿਉਂਕਿ ਦੇਖੋ ਜੀਕੇ ਜਿਹੜੀ ਹੈ ਉਹ ਬਹੁਤ ਜ਼ਿਆਦਾ ਵਾਸਟ ਹੁੰਦੀ ਹੈ। ਜੀਕੇ 30 ਨੰਬਰ ਦੀ ਆਣੀ ਹੈ, ਬਹੁਤ ਜ਼ਿਆਦਾ ਵਾਸਟ ਹੈ। ਇਹਦਾ ਕੋਈ ਸਿਲੇਬਸ ਨਹੀਂ ਹੈਗਾ। ਜਿੱਥੋਂ ਮਰਜ਼ੀ ਦੁਨੀਆ 'ਚ ਕਿੱਥੇ ਮਰਜ਼ੀ ਆਸਮਾਨ ਤੋਂ ਥੱਲੇ ਉੱਤੇ ਜੋ ਕੁਝ ਹੈਗਾ ਉਹ ਸਾਰਾ ਜੀਕੇ ਹੈਗਾ। ਇਸ ਕਰਕੇ ਜੀਕੇ ਨੂੰ ਅਸੀਂ ਜੀਕੇ ਦੇ ਬੇਸ ਤੇ ਅਸੀਂ ਸੋਚੀਏ ਕਿ ਪੇਪਰ ਪਾਸ ਕਰ ਲਈ, ਉਹ ਨਹੀਂ ਹੋਣਾ। ਦੂਜਾ ਰਹਿ ਗਿਆ ਤੁਹਾਡਾ 30 ਨੰਬਰ ਦਾ ਜਿਹੜਾ ਮੈਥ ਰੀਜ਼ਨਿੰਗ ਹੈਗਾ। ਹੁਣ ਕਈ ਬੱਚੇ ਐਸੇ ਹੋਣੇ, ਦੇਖੋ ਰੀਜ਼ਨਿੰਗ ਦਾ ਪੇਪਰ 'ਚ ਪੰਜਾਬ ਦੇ ਪੇਪਰਾਂ 'ਚ ਜਲਦੀ ਆਸਾਨ ਹੀ ਆਉਂਦੀ ਹੈ, ਬਟ ਜਿਨ੍ਹਾਂ ਬੱਚਿਆਂ ਦਾ ਮੈਥ ਸਟਰੋਂਗ ਹੈਗਾ ਤੇ ਉਹ ਅਗਰ ਜੇ 30 ਨੰਬਰ 'ਚ 28 29 ਨੰਬਰ ਲੈ ਸਕਦੇ ਹੈ ਤਾਂ ਉਹ ਸੀਨੀਅਰ ਅਸਿਸਟੈਂਟ ਲੱਗਣ ਦਾ ਪੂਰਾ ਜਿਹੜਾ ਚਾਂਸ ਹੈਗਾ ਕਿ ਉਹ ਬੱਚੇ ਜਿਹੜੇ ਸੀਨੀਅਰ ਅਸਿਸਟੈਂਟ ਲੱਗ ਜਾਣਗੇ। ਕਿਉਂਕਿ ਜੇ ਤੁਸੀਂ 28 29 ਨੰਬਰ ਰੀਜ਼ਨਿੰਗ ਤੇ ਮੈਥਸ 'ਚ ਲੈ ਜਾਂਦੇ ਹੋ। ਹੁਣ ਕਈ ਬੱਚੇ ਐਸੇ ਹੁੰਦੇ ਆ ਕਿ ਬੇਟਾ ਜਿਨ੍ਹਾਂ ਦਾ ਜਿਹੜਾ ਮੈਥਸ ਵੀਕ ਹੈਗਾ, ਇੰਗਲਿਸ਼ ਤਾਂ ਦੇਖੋ ਸਾਰਿਆਂ ਦੀ ਆਲਮੋਸਟ ਪੰਜਾਬ ਵਾਲਿਆਂ ਦੀ ਇੱਕੋ ਵਰਗੀ ਹੁੰਦੀ ਹੈ, ਮਤਲਬ ਤੁਸੀਂ ਜਿਵੇਂ ਮਰਜ਼ੀ ਸਮਝ ਲਓ ਮੈਂ ਕੀ ਕਹਿਣਾ ਚਾਹ ਰਿਹਾ। ਤੇ ਇੰਗਲਿਸ਼ 'ਚ ਅਸੀਂ 12 ਜਾਂ 10 ਨੰਬਰ ਤੋਂ ਜ਼ਿਆਦਾ ਟਰਾਈ ਨਹੀਂ ਕਰ ਸਕਦੇ ਕਿਉਂਕਿ ਵੋਕੈਬਲਰੀ ਵੀ ਬਹੁਤ ਆਉਂਦੀ ਹੈ। ਜਿਹੜੇ ਸਾਡੇ ਕੋਲ 50 ਦਿਨ ਬਚੇ ਹੈ, ਅਸੀਂ 10 12 ਤੋਂ ਜ਼ਿਆਦਾ ਨੰਬਰ ਟਾਰਗੇਟ ਨਹੀਂ ਕਰ ਸਕਦੇ। ਹਾਂ, ਇੱਕ ਅੱਧਾ ਬੱਚਾ ਹੋ ਸਕਦਾ ਹੈ ਜਿਹਦੇ 13 14 ਨੰਬਰ ਵੀ ਆ ਜਾਣ, ਲੇਕਿਨ ਇੰਗਲਿਸ਼ 'ਚ ਜੇ ਸਾਡੇ 10 12 ਨੰਬਰ ਵੀ ਆ ਰਹੇ ਤੇ ਇਟ ਮੀਨਸ ਕਿ ਅਸੀਂ ਬਹੁਤ ਐਕਸਟਰਾਆਰਡੀਨਰੀ ਪਰਫਾਰਮ ਕਰ ਰਹੇ ਹਾਂ। ਤੇ ਇਹ ਮੈਂ ਤੁਹਾਨੂੰ ਸਬਜੈਕਟ ਵਾਈਜ਼ ਵੀ ਦੱਸੂਗਾ ਤੁਸੀਂ ਕਿਵੇਂ ਕਿਵੇਂ ਪੜ੍ਹਨਾ ਹੈ ਤੇ ਕੀ ਪਾਰਟ ਪੜ੍ਹਨਾ ਹੈ। ਬਟ ਜੇ ਕਿਸੇ ਦਾ ਮੈਥ ਵੀਕ ਹੈ ਤਾਂ ਬੇਟਾ ਫਿਰ ਤੁਹਾਨੂੰ ਜੀਕੇ ਇੰਪਰੂਵ ਕਰਨਾ ਪੈਣਾ, ਕਿਉਂਕਿ ਜੇ ਤੁਹਾਡਾ ਮੈਥ ਵੀ ਵੀਕ ਹੈਗਾ ਤੇ ਜੀਕੇ ਵੀ ਦੋਨੋਂ ਵੀਕ ਹੈਗੇ ਆ ਫਿਰ ਕੰਮ ਨਹੀਂ ਚੱਲਣਾ। ਜੇ ਤੁਹਾਡਾ ਮੈਥ ਰੀਜ਼ਨਿੰਗ ਬਹੁਤ ਸਟਰੋਂਗ ਹੈਗਾ, ਇਹ ਪੋਰਸ਼ਨ ਹਿਸਟਰੀ ਪੰਜਾਬ ਐਂਡ ਕਲਚਰ ਪੰਜਾਬੀ ਤੇ ਕੰਪਿਊਟਰ ਤੁਸੀਂ ਬਹੁਤ ਐਕਸਟਰਾਆਰਡੀਨਰੀ ਪਰਫਾਰਮ ਕਰ ਲੈਂਦੇ ਹੋ ਤੇ ਤੁਹਾਡਾ ਮੈਥ ਅਗਰ ਐਵਰੇਜ ਵੀ ਹੈ ਤਾਂ ਤੁਸੀਂ ਜੀਕੇ ਇੰਪਰੂਵ ਕਰਕੇ ਕੰਮ ਚਲਾ ਸਕਦੇ ਹੋ। ਬਟ ਜੇ ਤੁਹਾਡਾ ਮੈਥ ਵੀ ਵੀਕ ਹੈ ਤੇ ਜੀਕੇ ਵੀ ਵੀਕ ਹੈ, ਫਿਰ ਤੁਸੀਂ ਇਹ ਸੋਚੋਗੇ ਤੁਸੀਂ ਸੀਨੀਅਰ ਅਸਿਸਟੈਂਟ ਲੱਗ ਜਾਓਗੇ। ਤੇ ਬੇਟਾ ਇੱਕ ਪੁਰਾਣੇ ਜ਼ਮਾਨੇ 'ਚ ਕਹਾਵਤ ਹੁੰਦੀ ਸੀ,
गालिब ये ख्याल भी अच्छा है दिल को बहलाने का। ਤੇ ਉਹ ਤੁਸੀਂ ਖਾਬ ਤਾਂ ਜਿੰਨੇ ਮਰਜ਼ੀ ਦੇਖੀ ਜਾਓ, ਲੇਕਿਨ ਅਗਰ ਸ਼ੋਰਟ ਪੇਪਰ ਪਾਸ ਕਰਨਾ ਹੈ ਤਾਂ ਹੁਣ ਦੇਖੋ ਅੱਗੇ ਕੀ ਕਹਿ ਰਿਹਾ ਮੈਂ ਤੁਹਾਨੂੰ। 50 ਦਿਨ ਦੀ ਸਟੱਡੀ ਦੇਖੋ, ਪੰਜਾਬੀ ਗ੍ਰਾਮਰ ਤੇ ਪੰਜਾਬ ਜੀਕੇ, ਕਿਉਂਕਿ ਪੀਟਰ ਪਲੱਸ ਦੇ ਜਿੰਨੇ ਵੀ ਪੇਪਰ ਇਸ ਲਈ ਤੁਸੀਂ ਦੇਖੋਗੇ ਇਹਨਾਂ ਦੋਨੋਂ ਕਿਤਾਬਾਂ ਤੋਂ ਹੀ TS ਚੋਪੜਾ ਦੀ ਜਿਹੜੀ ਕਿਤਾਬ ਹੈਗੀ ਹੈ ਆਪਣਾ ਚੜ੍ਹਦਾ ਪੰਜਾਬ, ਇਸ ਤੋਂ ਇਲਾਵਾ ਤੁਸੀਂ ਆਪਣੇ ਸੋਰਸਿਸ ਤੋਂ, ਕਿਤੇ ਨੋਟਸ ਤੋਂ, ਬ੍ਰਾਈਟ ਅਕੈਡਮੀ ਦੇ ਨੋਟਸ ਤੋਂ, ਜਾਂ ਕਿਸੇ ਹੋਰ ਕਿਤਾਬ ਤੋਂ, ਤੁਸੀਂ ਕਿਸੇ ਹੋਰ ਕੋਚਿੰਗ ਇੰਸਟੀਚਿਊਟ ਨੂੰ ਜੁਆਇਨ ਕਰ ਰੱਖਿਆ ਉੱਥੇ ਦੇ ਨੋਟਸ ਤੋਂ, ਉਹ ਤਾਂ ਤੁਸੀਂ ਪੜ੍ਹਨੇ ਹੀ ਪੜ੍ਹਨੇ ਹੈ। ਬਟ ਐਕਸਟਰਾ ਜਿਹੜੀ ਹੈ ਇਹ ਜਿਹੜੀ TS ਚੋਪੜਾ ਦੀ ਕਿਤਾਬ ਹੈਗੀ ਹੈ ਚੜ੍ਹਦਾ ਪੰਜਾਬ, ਤੇ ਜਿਹੜੀ ਦੁੱਗਲ ਵਾਲੀ ਪੰਜਾਬੀ ਗ੍ਰਾਮਰ ਵਾਲੀ ਕਿਤਾਬ ਹੈ ਬੇਟਾ, ਇਹ ਤਾਂ ਤੁਸੀਂ 5-7 ਵਾਰੀ ਘੋਟ ਕੇ ਪੇਪਰ ਤੋਂ ਪਹਿਲੇ ਪੀ ਜਾਣੀ ਹੈ ਬਸ। ਮਤਲਬ ਇਹ ਨਾ ਹੋਵੇ ਕਿ ਚੜ੍ਹਦਾ ਪੰਜਾਬ 'ਚ ਕੁਝ ਪੇਪਰ ਆਵੇ ਤਾਂ ਤੁਹਾਨੂੰ ਇਹਦੇ 'ਚ ਵੀ ਅੱਧਾ ਹੀ ਆਉਂਦਾ ਹੋਵੇ, ਫਿਰ ਉਹ ਗੱਲ ਨਹੀਂ ਬਣਨੀ ਹੈ। ਇਟ ਮੀਨਸ ਕਿ ਇਹ ਤੁਹਾਨੂੰ ਚੰਗੀ ਤਰ੍ਹਾਂ ਦੋਨੋਂ, ਮਤਲਬ ਇਸ 'ਚ 20 ਤੇ 15, 35 'ਚ 33-34 ਦਾ ਮਿਨੀਮਮ ਨੰਬਰ ਆਪਾਂ ਲੈ ਕੇ ਚੱਲਣਾ ਹੈ। ਅਗਲਾ ਆ ਗਿਆ ਕੰਪਿਊਟਰ। ਹਾਲਾਂਕਿ ਦੇਖੋ ਕੰਪਿਊਟਰ ਪੰਜਾਬ ਦੇ ਪੇਪਰਾਂ ਦਾ ਆਸਾਨ ਹੀ ਆਉਂਦਾ, ਇੱਕ ਅੱਧਾ ਕੁਐਸਚਨ ਡਿਫਿਕਲਟ ਹੁੰਦਾ ਹੈ, ਫਿਰ ਵੀ ਵਰਡ ਐਕਸਲ ਦੇ ਸਾਰੇ ਸ਼ਾਰਟਕਟ ਕੀਜ਼ ਹੋ ਗਈਆਂ, ਫਾਰਮੂਲੇ ਹੋ ਗਏ, ਪ੍ਰਿੰਟਰਸ ਦੇ ਬਾਰੇ ਹੋ ਗਿਆ, ਬਾਈਨਰੀ ਵਾਲੇ ਸਾਰੇ ਕੁਐਸਚਨ ਹੋ ਗਏ, ਨੈਟਵਰਕਿੰਗ ਹੋ ਗਈ, ਇਹ ਸਾਰਾ ਦਾ ਮਤਲਬ ਕੰਪਿਊਟਰ ਦਾ ਓਵਰਆਲ ਵੈਸੇ ਕੋਈ ਪਾਰਟਿਕੂਲਰ ਸਿਲੇਬਸ ਨਹੀਂ ਹੁੰਦਾ, ਬਟ ਸਾਰਾ ਕੰਪਿਊਟਰ ਤੁਸੀਂ ਚੰਗੀ ਤਰ੍ਹਾਂ ਕਰਕੇ ਚੱਲਣਾ ਹੈ। ਮੈਥ ਦੇਖੋ ਸਾਡੇ ਕੋਲ 50 ਦਿਨ ਹੈਗੇ ਹੈ, ਮੌਕ ਟੈਸਟ ਨਹੀਂ ਕਰੀ ਜਾਣਾ। ਹਾਂ, ਜੇ ਕਿਸੇ ਬੱਚੇ ਦਾ ਆਲਰੇਡੀ ਮੈਥਸ ਬਹੁਤ ਸਟਰੋਂਗ ਆ ਗਿਆ ਉਹ ਡੇਲੀ ਟੈਸਟ ਕਰ ਸਕਦਾ ਹੈ। ਅਸੀਂ ਬ੍ਰਾਈਟ ਅਕੈਡਮੀ ਦੇ ਟੈਲੀਗ੍ਰਾਮ ਚੈਨਲ 'ਚ ਵੀ ਡੇਲੀ ਇੱਕ ਟੈਸਟ ਪਾਉਂਦੇ ਆ, ਅਦਰਵਾਈਜ਼ ਤੁਸੀਂ ਕਿਤੋਂ ਵੀ ਹੋਰ ਵੀ ਕਰ ਸਕਦੇ ਹੋ। 2 ਚੈਪਟਰ 2 ਦਿਨ ਜਿਹੜਾ ਤੁਸੀਂ ਪਰ ਡੇ, ਮਤਲਬ ਇਹ ਚੈਪਟਰ ਇੱਕ ਚੈਪਟਰ ਨੂੰ ਤੁਸੀਂ 2 ਦਿਨ ਲਗਾਣੇ ਆ, ਕਹਿਣ ਦਾ ਮਤਲਬ ਇੱਕ ਚੈਪਟਰ ਨੂੰ ਤੁਸੀਂ 2 ਦਿਨ ਲਗਾਣੇ। ਟੋਟਲ 18 ਚੈਪਟਰ ਹੈਗੇ ਅਪਰੋਕਸੀਮੇਟਲੀ ਮੈਥਸ 'ਚ, 18 ਤੋਂ 36 ਦਿਨ, ਬਸ 36 ਦਿਨ 'ਚ ਤੁਹਾਡਾ ਜਿਹੜਾ ਮੈਥਸ ਹੈ ਉਹ ਹੋ ਜਾਣਾ ਚਾਹੀਦਾ। ਤੇ ਲਾਸਟ ਦੇ ਜਿਹੜੇ 15 ਦਿਨ ਹੈਗੇ ਤੁਸੀਂ ਮੌਕ ਟੈਸਟ ਜਾਂ ਆਪਣੀ ਜਿਹੜੀ ਤੁਹਾਡੀ ਟੈਸਟ ਸੀਰੀਜ਼ ਕਿੱਥੋਂ ਕਰ ਰਹੇ ਹੋ ਉਹ ਤੁਸੀਂ ਕਰਕੇ ਆਪਣੀ ਸਪੀਡ ਜਿਹੜੀ ਆ ਹੋਰ ਇੰਪਰੂਵ ਕਰ ਸਕਦੇ ਹੋ। ਰੀਜ਼ਨਿੰਗ ਦਾ ਹਾਲਾਂਕਿ ਸਿਲੇਬਸ ਤਾਂ ਦੇਖੋ ਉਹਨਾਂ ਨੇ ਥੋੜਾ ਬਹੁਤਾ ਲਿਖਿਆ ਹੋਇਆ, ਲੇਕਿਨ ਮੇਰੇ ਹਿਸਾਬ ਨਾਲ ਸੇਮ ਹੀ ਸਿਲੇਬਸ ਹੁੰਦਾ, ਬਟ ਫਿਰ ਵੀ ਤੁਸੀਂ ਸਿਲੇਬਸ ਦੇ ਹਿਸਾਬ ਨਾਲ ਵੀ ਚੱਲਣਾ ਚਾਹੁੰਦੇ ਹੋ ਤੇ ਪੰਜਾਬ ਦੇ ਪੇਪਰ ਦੇ ਹਿਸਾਬ ਨਾਲ ਦੇਖਤਾ ਬੇਟਾ ਪਜ਼ਲ ਚੰਗੀ ਤਰ੍ਹਾਂ ਕਰਨੀ ਹੈਗੀ ਹੈ। ਇਹ ਜਿਹੜਾ ਸਿਲੋਜਿਜ਼ਮ ਵਾਲਾ ਚੈਪਟਰ ਹੈ ਇਹ ਵੀ ਕਰਨਾ ਹੈ, ਅਜ਼ੰਪਸ਼ਨ ਆਰਗੂਮੈਂਟ ਵਾਲਾ ਚੈਪਟਰ ਵੀ ਕਰਨਾ ਹੈ, ਤੇ ਇੱਕ ਅਰਥਮੈਟਿਕ ਰੀਜ਼ਨਿੰਗ RS ਅਗਰਵਾਲ 'ਚ ਅਰਥਮੈਟਿਕ ਰੀਜ਼ਨਿੰਗ ਦਾ ਚੈਪਟਰ ਹੁੰਦਾ ਹੈ, ਇਹ ਵੀ ਤੁਸੀਂ ਕਰਨੀ ਹੈ। ਮਤਲਬ ਜਿਹੜੀ ਵਰਬਲ ਨਾਨ ਵਰਬਲ ਰੀਜ਼ਨਿੰਗ RS ਅਗਰਵਾਲ ਦੀ ਕਿਤਾਬ ਹੈਗੀ ਹੈ ਤੁਸੀਂ ਉਹਨੂੰ ਵੀ ਕਰ ਰਹੇ ਹੋ, ਤੇ ਉਸ 'ਚ ਪਜ਼ਲ ਤੇ ਅਰਥਮੈਟਿਕ ਰੀਜ਼ਨਿੰਗ ਤੇ ਸਿਲੋਜਿਜ਼ਮ ਤੇ ਅਜ਼ੰਪਸ਼ਨ ਆਰਗੂਮੈਂਟ ਦਾ ਚੈਪਟਰ ਜ਼ਰੂਰ ਕਰਕੇ ਚੱਲਣਾ ਹੈ। ਬਾਕੀ ਜਿਹੜਾ ਨਾਰਮਲ ਰੀਜ਼ਨਿੰਗ ਹੈਗੀ ਹੈ ਤੁਹਾਡਾ ਬਲੱਡ ਰਿਲੇਸ਼ਨ ਹੋ ਗਿਆ, ਕੋਡਿੰਗ ਡੀਕੋਡਿੰਗ ਹੋ ਗਈ, ਸੀਰੀਜ਼ ਹੋ ਗਿਆ, ਉਹ ਤਾਂ ਤੁਸੀਂ ਕਲੌਕ ਹੋ ਗਿਆ, ਕੈਲੰਡਰ ਹੋ ਗਿਆ, ਇਹ ਤਾਂ ਸਾਰੇ ਤੁਸੀਂ ਆਲਰੇਡੀ ਕਰਦੇ ਹੀ ਹੋ, ਤੇ ਇਹ ਤੁਸੀਂ ਇਸ ਹਿਸਾਬ ਨਾਲ ਤੁਸੀਂ ਆਪਣੀ ਰੀਜ਼ਨਿੰਗ ਕਵਰ ਕਰਨੀ ਹੈ। ਇਸ ਤੋਂ ਇਲਾਵਾ ਆ ਗਿਆ ਤੁਹਾਡਾ ਜੀਕੇ। ਤੇ ਦੇਖੋ ਇੰਗਲਿਸ਼ 'ਚ ਤੁਸੀਂ ਵਕੈਬ ਦੇ, ਕਿਉਂਕਿ 50 ਦਿਨ ਦਾ ਟਾਈਮ ਹੈ, ਹੁਣ ਤੁਸੀਂ ਵਕੈਬ ਦੇ ਵਰਡ ਤੁਸੀਂ ਰੱਟਾ ਮਾਰੀ ਜਾਓਗੇ ਉਹਦਾ ਕੋਈ ਫਾਇਦਾ ਨਹੀਂ ਹੈਗਾ। ਉਸ ਤੋਂ ਬੈਟਰ ਹੈ ਕਿ ਤੁਸੀਂ ਗ੍ਰਾਮਰ ਵਾਲੇ ਪਾਰਟ ਨੂੰ, ਜਿਹੜੇ ਰੂਲਸ ਜਿੰਨੇ ਵੀ ਗ੍ਰਾਮਰ ਦੇ ਹੁੰਦੇ ਉਹਨਾਂ ਨੂੰ ਚੰਗੀ ਤਰ੍ਹਾਂ ਕਰ ਲਓ। ਤੇ ਮੰਨ ਲਓ ਤੁਹਾਡਾ ਐਕਟਿਵ ਪੈਸਿਵ ਹੋ ਗਿਆ, ਨਰੇਸ਼ਨ ਹੋ ਗਿਆ, ਜਾਂ ਜੋ ਜਿੰਨਾ ਵੀ ਪ੍ਰੈਪੋਜੀਸ਼ਨਸ ਹੋ ਗਈਆਂ, ਹੋਰ ਵੀ ਈਡੀਅਮਸ ਹੋ ਗਈਆਂ, ਵਨ ਵਰਡ ਸੈਸ਼ਨ ਹੋ ਗਏ, ਇਹਨਾਂ ਨੂੰ ਚੰਗੀ ਤਰ੍ਹਾਂ ਕਰ ਲਓ, ਸੋ ਦੈਟ ਕਿ ਤੁਹਾਡੇ 10 12 13 ਨੰਬਰ ਤੁਹਾਡੇ ਇੰਗਲਿਸ਼ ਜਿਹੜੇ ਆ ਜਾਣਗੇ। 10 ਤੋਂ 12 ਵੀ ਆ ਗਏ ਤਾਂ ਵੀ ਮੋਰ ਦੈਨ ਸਫੀਸ਼ੀਐਂਟ ਹੈਗੇ। ਤੇ ਕਰੰਟ ਫਿਰ 1 ਸਾਲ ਦਾ ਕਰਨਾ ਹੈ। ਕਾਫੀ ਬੱਚੇ ਪੁੱਛਦੇ ਰਹਿੰਦੇ ਕਿ ਸਰ ਕਿੱਥੋਂ ਕਰੀਏ। ਬ੍ਰਾਈਟ ਅਕੈਡਮੀ ਦੀ ਬੇਟਾ ਜਿਹੜਾ ਟੈਲੀਗ੍ਰਾਮ 'ਚ ਅਸੀਂ ਹਰ ਮਹੀਨੇ ਦਾ PDF ਪਾਉਂਦੇ ਹਾਂ, ਉਹਦਾ ਪ੍ਰਿੰਟ ਆਊਟ ਕੱਢ ਲਓ, ਉੱਥੋਂ ਪੜ੍ਹ ਲਓ। ਪੋਲਿਟੀ ਤੁਸੀਂ ਚੰਗੀ ਤਰ੍ਹਾਂ ਕਰਨੀ ਹੈ। ਪੋਲਿਟੀ ਜਿੱਦਾਂ ਨਾ ਹੋਵੇ ਕਿ ਪੋਲਿਟੀ ਦੇ 5 ਕੁਐਸਚਨ ਆਉਣ ਤਾਂ ਤੁਹਾਨੂੰ 4 ਆਉਂਦੇ ਹੋਣ ਜਾਂ 3 ਆਉਂਦੇ ਹੋਣ, ਫਿਰ ਗੱਲ ਨਹੀਂ ਬਣਨੀ ਹੈ, ਕਿਉਂਕਿ ਪੋਲਿਟੀ ਹੀ ਇੱਕ ਐਸਾ ਪਾਰਟ ਹੈਗਾ ਜਿਹਦਾ ਸਿਲੇਬਸ ਇੱਕ ਅਸੀਂ ਕਹਿ ਸਕਦੇ ਕਿ ਲਿਮਿਟਡ ਹੁੰਦਾ ਹੈ। ਅਦਰਵਾਈਜ਼ ਹਿਸਟਰੀ ਦਾ ਇੰਨੀ ਜ਼ਿਆਦਾ ਵਾਸਟ ਹੈਗੀ ਹੈ ਕਿ ਹਿਸਟਰੀ ਦੀ ਕੋਈ ਲਿਮਿਟ ਨਹੀਂ ਹੈਗੀ ਹੈ। ਹਿਸਟਰੀ ਵੀ ਤੁਸੀਂ ਕਰਨੀ ਹੈ, ਮਾਡਰਨ ਅੱਛੀ ਤਰ੍ਹਾਂ ਕਰਨੀ ਹੈ, ਮੈਡੀਵਲ ਤੇ ਐਂਸ਼ੀਐਂਟ ਵੀ ਥੋੜਾ ਕਰਨੀ ਹੈਗੀ ਹੈ। ਬਾਕੀ ਸਟੈਟਿਕ ਜੀਕੇ ਜਿਹੜਾ ਹੁੰਦਾ ਹੈ, ਫਸਟ ਇਨ ਇੰਡੀਆ, ਫਸਟ ਇਨ ਦਾ ਵਰਲਡ, ਜਾਂ ਜਿੰਨੇ ਵੀ ਸਟੈਟਿਕ ਜੀਕੇ ਹੁੰਦਾ, ਸਟੈਟਿਕ ਜੀਕੇ ਦਾ ਇੱਕ PDF ਜਿਹੜਾ ਨਾ ਸਪੋਰਟਸ ਵੀ ਨਵਾਂ ਐਡ ਹੋਇਆ ਸੀਗਾ, ਸਿਨੇਮਾ ਐਂਡ ਲਿਟਰੇਚਰ ਹੈ, ਇਹ ਸਾਰਾ ਇੱਕ PDF ਜਿਹੜਾ ਟੈਲੀਗ੍ਰਾਮ 'ਚ ਮੈਂ ਪਹਿਲੇ ਸ਼ੇਅਰ ਕੀਤਾ ਸੀਗਾ ਲਾਸਟ ਟਾਈਮ ਜਦੋਂ PPSC ਦੇ ਪੇਪਰ ਹੋਏ ਸੀ। ਇੱਕ ਵਾਰੀ ਮੈਂ ਫਿਰ ਤੁਹਾਡੇ ਨਾਲ ਅੱਜ ਜਿਹੜਾ ਇਹਨੂੰ ਸ਼ੇਅਰ ਕਰ ਦਾਂਗਾ। ਇਹ 60-70 ਪੇਜ ਹੈਗੇ, ਇਹਨਾਂ ਦਾ ਪ੍ਰਿੰਟ ਆਊਟ ਕੱਢ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਪੜ੍ਹ ਲਿਓ। ਤੇ ਬਾਇਓ ਸਾਇੰਸ ਤੇ ਤੁਸੀਂ ਬਾਇਓ ਜ਼ਰੂਰ ਕਰਕੇ ਚੱਲਣੀ ਹੈ, ਕਿਉਂਕਿ ਬਾਇਓ ਦੇ ਜਿਹੜੇ ਕੁਐਸਚਨ ਹੈ ਹਰ ਵਾਰ ਪੇਪਰ 'ਚ ਆਉਂਦੇ ਹੀ ਆਉਂਦੇ ਹੈ, 2-3 ਕੁਐਸਚਨ ਤੇ ਬਾਇਓ ਨੂੰ। ਇਸ ਤੋਂ ਇਲਾਵਾ ਜਿਓਗ੍ਰਾਫੀ ਹੈਗੀ ਹੈ ਜਾਂ ਇਕਨੋਮੀ ਹੈਗੀ ਹੈ ਬੇਟਾ, ਉਹ ਲਿਖੀ ਤਾਂ ਹੈਗੀ, ਸਿਲੇਬਸ ਤੁਸੀਂ ਕਰਨੀ ਹੈਗੀ, ਉਹ ਤੁਹਾਡੀ ਹਿੰਮਤ ਹੈਗੀ ਹੈ। ਦੇਖੋ ਜਿਨ੍ਹਾਂ ਬੱਚਿਆਂ ਦਾ ਮੈਥ ਆਲਰੇਡੀ ਬਹੁਤ ਜ਼ਿਆਦਾ ਸਟਰੋਂਗ ਹੈ ਉਹ ਜੀਕੇ ਤੇ ਫੋਕਸ ਕਰ ਸਕਦੇ ਹੈ, ਕਿਉਂਕਿ ਉਹਨਾਂ ਦਾ ਮੈਥ ਆਲਰੇਡੀ ਬਹੁਤ ਵਧੀਆ ਹੈ। ਲੇਕਿਨ ਕਿਸੇ ਦਾ ਮੈਥ ਵੀ ਵੀਕ ਹੈਗਾ ਤੇ ਜੀਕੇ ਤੇ ਸਾਰਾ ਟਾਈਮ ਲਾਈ ਜਾਣਗੇ ਤਾਂ ਫਿਰ ਬੇਟਾ ਉਹ ਮੈਥ ਰਹਿ ਜਾਣਾ ਹੈ। ਹਾਲਾਂਕਿ ਉੱਥੇ ਲਿਖਿਆ ਮੈਥ 5 ਨੰਬਰ ਦਾ, ਲੇਕਿਨ ਇਹ ਕੋਈ ਸ਼ੋਰਟ ਰੂਲ ਐਂਡ ਰੈਗੂਲੇਸ਼ਨ ਨਹੀਂ ਹੈਗਾ ਕਿ ਵੀ 5 ਨੰਬਰ ਦਾ ਹੀ ਆਣਾ ਹੈ, ਕਿਉਂਕਿ ਜਿਹੜੀ ਲੌਜੀਕਲ ਰੀਜ਼ਨਿੰਗ ਹੈ ਜਾਂ ਮੈਂਟਲ ਐਬਿਲਿਟੀ ਹੈ ਉਹਨੂੰ ਵੀ ਮੈਥ ਹੀ ਕਹਿ ਦਿੰਦੇ ਹੈ। ਤੇ ਅੱਗੇ ਰਹਿ ਗਈ ਇੰਗਲਿਸ਼, ਉਹ ਤੁਹਾਨੂੰ ਮੈਂ ਆਲਰੇਡੀ ਦੱਸਤੀ। ਫਿਰ ਵੀ ਹੁਣ ਤੁਹਾਡੇ ਮਨ 'ਚ ਦੇਖੋ ਸਟ੍ਰੈਟਜੀ ਹਿਸਾਬ ਨਾਲ ਹੀ ਹੈਗੀ ਹੈ ਕਿ ਤੁਹਾਨੂੰ ਐਟਲੀਸਟ 5 ਤੋਂ 6 ਘੰਟੇ ਜਿਹੜਾ ਹੈ ਉਹ ਪੜ੍ਹਨਾ ਪੈਣਾ ਹੈ। ਤੇ ਜੇ ਤੁਸੀਂ 5-6 ਘੰਟੇ 6 ਘੰਟੇ ਤੋਂ ਥੱਲੇ ਪੜ੍ਹ ਰਹੇ ਹੋ, ਫਿਰ ਤੁਸੀਂ ਸੁਪਨੇ ਦੇਖ ਰਹੇ ਹੋ ਸੀਨੀਅਰ ਅਸਿਸਟੈਂਟ ਲੱਗਣ ਦੇ, ਤੇ ਬੇਟਾ ਫਿਰ ਉਹ ਤਾਂ ਪੂਰਾ ਨਹੀਂ ਹੋਣਾ ਤੁਹਾਡਾ ਸੁਪਨਾ। ਮਿਨੀਮਮ 6 ਘੰਟੇ ਮੈਂ ਤੁਹਾਨੂੰ ਦੱਸ ਰਿਹਾ, ਅਗਲੇ 50 ਦਿਨ ਤੁਸੀਂ ਪੜ੍ਹਨਾ ਮਿਨੀਮਮ 6 ਘੰਟੇ, ਮੈਕਸਿਮਮ 8 ਘੰਟੇ 10 ਘੰਟੇ ਤੁਸੀਂ ਪੜ੍ਹ ਸਕਦੇ ਹੋ ਤਾਂ ਬਹੁਤ ਵਧੀਆ ਗੱਲ ਹੈਗੀ ਹੈ, ਬਟ 6 ਘੰਟੇ ਤਾਂ ਤੁਹਾਨੂੰ ਪੜ੍ਹਨਾ ਹੀ ਪੈਣਾ ਹੈ। ਜੇ ਤੁਸੀਂ ਨਵੇਂ ਸਟੂਡੈਂਟ ਹੋ, ਤੁਹਾਡੀ ਤਿਆਰੀ ਮਤਲਬ ਇੱਕ ਐਵਰੇਜ ਚੱਲ ਰਹੀ ਹੈ, ਹਾਂ ਤੁਸੀਂ ਆਲਰੇਡੀ ਬਹੁਤ ਐਕਸਟਰਾਆਰਡਨਰੀ ਹੋ ਗਏ, ਤੁਸੀਂ 3 ਘੰਟੇ ਪੜ੍ਹ ਕੇ ਪੇਪਰ ਪਾਸ ਕਰ ਸਕਦੇ ਹੋ, ਉਹ ਤਾਂ ਪਰਸਨ ਟੂ ਪਰਸਨ ਇੰਡੀਵਿਜੂਅਲ ਵੇਰੀ ਕਰਦਾ ਹੈ। ਤੇ ਮੈਂ ਤੁਹਾਨੂੰ ਇੱਕ ਵਾਰੀ ਦੱਸਦਾ ਸਾਰੀ ਸਟ੍ਰੈਟਜੀ। ਫਿਰ ਵੀ ਤੁਹਾਡੇ ਮਨ 'ਚ ਕੋਈ ਡਾਊਟ ਹੈਗਾ
ਬ੍ਰਾਈਟ ਅਕੈਡਮੀ ਹਾਲਾਂਕਿ ਜਿਹੜੇ ਸੀਨੀਅਰ ਸਿਸਟਰ ਦੇ ਤੁਸੀਂ ਨੋਟਸ ਹੈ ਬ੍ਰਾਈਟ ਅਕੈਡਮੀ ਲੈਣਾ ਚਾਹੁੰਦੇ ਹੋ ਬ੍ਰਾਈਟ ਅਕੈਡਮੀ ਲੈ ਸਕਦੇ ਹੋ, ਜਾਂ ਤੁਸੀਂ ਬੁੱਕਸ ਤੋਂ ਪੜ੍ਹਨਾ ਚਾਹੁੰਦੇ ਹੋ ਬੁੱਕਸ ਤੋਂ ਪੜ੍ਹ ਸਕਦੇ ਹੋ, ਉਹ ਤੁਹਾਡੀ ਪਰਸਨਲ ਇੱਛਾ ਹੈਗੀ ਹੈ। ਤੇ ਕੋਈ ਕਮੈਂਟ ਤੁਹਾਡੇ ਕੋਈ ਮਨ 'ਚ ਡਾਊਟ ਹੈਗਾ ਤੁਸੀਂ ਕਮੈਂਟ ਸੈਕਸ਼ਨ 'ਚ ਕਮੈਂਟ ਕਰਕੇ ਪੁੱਛ ਸਕਦੇ ਹੋ। ਸੋ ਥੈਂਕ ਯੂ ਵੈਰੀ ਮਚ, ਚੰਗੀ ਤਰ੍ਹਾਂ ਤਿਆਰੀ ਕਰੋ, ਪੇਪਰ ਪਾਸ ਕਰੋ। ਜੈ ਹਿੰਦ।